ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸਟੂਡੈਂਟਸ, ਸੋ ਆਪਣੇ ਇਲੈਕਟ੍ਰੋਕੈਮਿਸਟਰੀ ਦੇ ਚੈਪਟਰ ਨੂੰ ਹੀ ਫਰਦਰ ਆਪਾਂ ਕੰਟੀਨਿਊ ਕਰਦੇ ਹਾਂ। ਉਸ ਚੈਪਟਰ ਦੇ ਵਿੱਚ ਆਪਾਂ ਲਾਸਟ ਵੀਡੀਓ ਦੇ ਵਿੱਚ ਪੜ੍ਹੇ ਸੀ ਰਿਡੌਕਸ ਰਿਐਕਸ਼ਨ, ਰਾਈਟ। ਡਾਇਰੈਕਟ ਤੇ ਇਨਡਾਇਰੈਕਟ ਰਿਡੌਕਸ ਰਿਐਕਸ਼ਨ ਆਪਾਂ ਡਿਸਕਸ ਕੀਤੇ ਸੀ। ਡਾਇਰੈਕਟ ਰਿਡੌਕਸ ਰਿਐਕਸ਼ਨ ਤੇ ਇਨਡਾਇਰੈਕਟ ਰਿਡੌਕਸ ਰਿਐਕਸ਼ਨ ਦਾ ਜਿਹੜਾ ਐਪਲੀਕੇਸ਼ਨ ਪਾਰਟ ਆ ਜਾਂਦਾ ਹੈ ਉਹ ਸਾਡੇ ਕੋਲ ਆਉਂਦੇ ਆ ਦੋ ਤਰ੍ਹਾਂ ਦੇ ਸੈੱਲ। ਵਨ ਇਜ਼ ਇਲੈਕਟ੍ਰੋਲਾਈਟਿਕ ਸੈੱਲ, and second one is electrochemical cell, right। ਜਿਹੜਾ ਇਲੈਕਟ੍ਰੋਲਾਈਟਿਕ ਸੈੱਲ ਹੈ ਇਹ ਐਗਜ਼ਾਮਪਲ ਹੈਗੇ ਆ ਡਾਇਰੈਕਟ ਰਿਡੌਕਸ ਰਿਐਕਸ਼ਨ ਦੀ, ਰਾਈਟ। ਔਰ ਜਿਹੜਾ ਇਲੈਕਟ੍ਰੋਕੈਮੀਕਲ ਸੈੱਲ ਹੈ ਐਗਜ਼ਾਮਪਲ ਹੈਗੇ ਇਨਡਾਇਰੈਕਟ ਰਿਡੌਕਸ ਰਿਐਕਸ਼ਨ ਦੀ, ਰਾਈਟ। ਇਲੈਕਟ੍ਰੋਲਾਈਟਿਕ ਸੈੱਲ ਦੇ ਵਿੱਚ ਕੀ ਹੁੰਦਾ ਹੈ? ਇਲੈਕਟ੍ਰੋਲਾਈਟਿਕ ਸੈੱਲ ਦੇ ਵਿੱਚ ਅਸੀਂ ਇਲੈਕਟ੍ਰੀਕਲ ਐਨਰਜੀ ਨੂੰ ਕੈਮੀਕਲ ਐਨਰਜੀ ਦੇ ਵਿੱਚ ਚੇਂਜ ਕਰਦੇ ਹਾਂ। ਔਰ ਜਿਹੜਾ ਇਲੈਕਟ੍ਰੋਕੈਮੀਕਲ ਸੈੱਲ ਹੈ ਇਹਦੇ ਵਿੱਚ ਅਸੀਂ ਕੈਮੀਕਲ ਐਨਰਜੀ ਤੋਂ ਇਲੈਕਟ੍ਰੀਕਲ ਐਨਰਜੀ ਪ੍ਰੋਡਿਊਸ ਕਰਦੇ ਹਾਂ, ਰਾਈਟ। ਸੋ ਹੁਣ ਆਪਾਂ ਜਿਹੜਾ ਸੈੱਲ ਡਿਟੇਲ ਦੇ ਵਿੱਚ ਹੁਣ ਕਰਨ ਲੱਗੇ ਆ ਦੈਟ ਇਜ਼ ਇਲੈਕਟ੍ਰੋਲਾਈਟਿਕ ਸੈੱਲ, ਜਿਹੜਾ ਕਿ ਸਾਡੇ ਕੋਲ ਡਾਇਰੈਕਟ ਰਿਡੌਕਸ ਰਿਐਕਸ਼ਨ ਦੀ ਐਗਜ਼ਾਮਪਲ ਹੈ। ਸੋ ਇਲੈਕਟ੍ਰੋਲਾਈਟਿਕ ਸੈੱਲ ਡਿਸਕਸ ਕਰਨ ਤੋਂ ਪਹਿਲਾਂ ਕੁਝ ਇੱਕ ਹੋਰ ਟਰਮੀਨੋਲੋਜੀ ਆਪਾਂ ਡਿਸਕਸ ਕਰਨੀ ਹੈ, ਦੈਟ ਇਜ਼ ਇਲੈਕਟ੍ਰੋਲਾਈਟ ਕੀ ਹੁੰਦੇ ਆ, ਨੌਨ ਇਲੈਕਟ੍ਰੋਲਾਈਟ ਕੀ ਹੁੰਦੇ ਆ, ਸਟਰੋਂਗ ਇਲੈਕਟ੍ਰੋਲਾਈਟ ਕੀ ਹੁੰਦੇ ਆ, ਵੀਕ ਇਲੈਕਟ੍ਰੋਲਾਈਟ ਕੀ ਹੁੰਦੇ ਆ। ਸੋ ਇਲੈਕਟ੍ਰੋਲਾਈਟਸ ਐਂਡ ਨੌਨ ਇਲੈਕਟ੍ਰੋਲਾਈਟਸ ਵਾਲਾ ਟੌਪਿਕ ਪਹਿਲਾਂ ਡਿਸਕਸ ਕਰਦੇ ਆਪਾਂ। Electrolytes, they are the substance which allow the passage of electricity through their molten states or through their solution in water. So electrolytes which allow the passage of electric current, electricity लिख लो, through their molten state or through their solution in water, right। ਇਲੈਕਟ੍ਰੋਲਾਈਟ ਜਿਹੜੇ ਕਿ ਆਈਦਰ ਆਪਣੀ ਮੋਲਟਨ ਸਟੇਟ ਦੇ ਵਿੱਚੋਂ ਮੈਲਟ ਦੀ ਫਾਰਮ ਦੇ ਵਿੱਚੋਂ ਜਾਂ ਆਪਣੇ ਪਾਣੀ ਦੇ ਘੋਲ ਦੇ ਵਿੱਚੋਂ ਇਲੈਕਟ੍ਰਿਸਿਟੀ ਨੂੰ ਈਜ਼ੀਲੀ ਪਾਸ ਹੋਣ ਦੇਣ, ਉਹਨਾਂ ਸਾਰੇ ਸਬਸਟੈਂਸਿਸ ਨੂੰ ਅਸੀਂ ਕਹਿੰਦੇ ਆ ਇਲੈਕਟ੍ਰੋਲਾਈਟਸ। ਔਰ ਜਿਹੜੇ ਇਲੈਕਟ੍ਰੋਲਾਈਟ ਹੈ ਦੇ ਮੇ ਬੀ ਐਸਿਡਸ, ਦੇ ਮੇ ਬੀ ਬੇਸਿਸ ਔਰ ਦੇ ਮੇ ਬੀ ਸਾਲਟਸ, ਰਾਈਟ। ਇਹ ਤਿੰਨੋਂ ਚੀਜ਼ਾਂ ਜਿਹੜੀਆਂ ਇਲੈਕਟ੍ਰੋਲਾਈਟ ਐਕਟ ਕਰ ਸਕਦੀਆਂ, ਰਾਈਟ। ਸੋ ਥੀਸ ਆਰ ਦਾ ਇਲੈਕਟ੍ਰੋਲਾਈਟਸ। ਨੈਕਸਟ ਸਾਡੇ ਕੋਲ ਇਲੈਕਟ੍ਰੋਲਾਈਟ ਮਤਲਬ ਮੰਨ ਲਓ ਅਸੀਂ ਰਾਜੇ ਨਮਕ ਦਾ ਘੋਲ ਬਣਾ ਲਿਆ, ਨਮਕ ਨੂੰ ਮੈਲਟ ਕਰ ਲਿਆ, ਨਮਕ ਦੇ ਘੋਲ ਦੇ ਵਿੱਚ ਉਹਦੀ ਇਲੈਕਟ੍ਰਿਸਿਟੀ ਪਾਸ ਕਰਨੀ ਪੋਸੀਬਲ ਨਹੀਂ ਹੈਗੀ, ਨਮਕ ਨੂੰ ਅਸੀਂ ਮੈਲਟ ਕਰ ਲਿਆ, ਦਿਸ ਇਜ਼ ਸੋਡੀਅਮ ਕਲੋਰਾਈਡ, ਰਾਈਟ। ਤਾਂ ਜਦੋਂ ਅਸੀਂ ਇੱਕ ਚੀਜ਼ ਇਹਦੇ 'ਚ ਐਨੋਡ ਲਗਾਵਾਂਗੇ, ਦੂਸਰੀ ਚੀਜ਼ ਕੈਥੋਡ ਲਾਵਾਂਗੇ, ਅਸੀਂ ਇਹਨੂੰ ਬੈਟਰੀ ਦੇ ਨਾਲ ਜੋੜ ਦਈਏ, ਰਾਈਟ, ਤਾਂ ਇਹਦੇ ਵਿੱਚੋਂ ਦੀ ਇਲੈਕਟ੍ਰਿਸਿਟੀ ਪਾਸ ਹੋਣੀ ਸ਼ੁਰੂ ਹੋ ਜੂਗੀ। ਇਹ ਜੇ ਤੁਸੀਂ ਇਹਦੇ ਰਸਤੇ ਦੇ ਵਿੱਚ ਕੋਈ ਬੱਲਬ ਵੀ ਲਗਾਓਗੇ, ਉਹ ਬੱਲਬ ਜਿਹੜਾ ਲਿਟ ਹੋਣਾ, ਜਲਣਾ ਸ਼ੁਰੂ ਹੋ ਜਾਊਗਾ। ਇਹਦਾ ਮਤਲਬ ਇਹ ਇਹਦਾ ਸਰਕਟ ਕੰਪਲੀਟ ਹੈ ਔਰ ਇਸ ਸੋਲਿਊਸ਼ਨ ਦੇ ਵਿੱਚੋਂ ਵੀ ਇਲੈਕਟ੍ਰਿਸਿਟੀ ਪਾਸ ਹੋ ਰਹੀ ਹੈ, ਰਾਈਟ। ਤਾਂ ਇਸ ਤਰ੍ਹਾਂ ਦੇ ਚੀਜ਼
ਜਿਹੜੇ ਆਪਣੇ ਸੋਲੂਸ਼ਨ ਦੇ ਵਿੱਚੋਂ ਜਾਂ ਜੇ ਮੈਲਟ ਹੋਈ ਹੋਵੇ ਉਸ ਫਾਰਮ ਦੇ ਵਿੱਚੋਂ ਇਲੈਕਟ੍ਰਿਸਿਟੀ ਨੂੰ ਪਾਸ ਹੋਣ ਦਿੰਦੀ ਆ, ਦੈਟ ਸਬਸਟੈਂਸ ਇਜ਼ ਨੋਨ ਐਜ਼ ਇਲੈਕਟ੍ਰੋਲਾਈਟ। ਇਹ ਨਾ ਸਾਲਟ ਚਾਹੇ ਐਸਿਡ ਹੈ, ਚਾਹੇ ਬੇਸ ਹੈ, ਚਾਹੇ ਸਾਲਟ ਹੈ, ਜਦੋਂ ਅਸੀਂ ਇਹਨੂੰ ਮੈਲਟ ਦੀ ਫਾਰਮ ਦੇ ਵਿੱਚ ਲੈ ਕੇ ਆਉਂਦੇ ਆ ਜਾਂ ਕਿਸੇ ਸੋਲੂਸ਼ਨ ਦੀ ਫਾਰਮ ਦੇ ਵਿੱਚ ਲੈ ਕੇ ਆਉਂਦੇ ਆ, ਇਹਨਾਂ ਦੀ ਆਇਓਨਾਈਜੇਸ਼ਨ ਹੋ ਜਾਂਦੀ ਆ। ਆਇਓਨਾਈਜੇਸ਼ਨ ਦਾ ਮਤਲਬ ਇਹਦੇ ਜਿਹੜੇ ਪੋਜ਼ਿਟਿਵ ਆਇਨ ਹੈ ਉਹ ਅਲੱਗ ਹੋ ਜਾਂਦੇ ਆ ਤੇ ਨੈਗੇਟਿਵ ਆਇਨ ਅਲੱਗ ਹੋ ਜਾਂਦੇ ਆ, ਰਾਈਟ। ਸੋ ਜਦੋਂ ਅਸੀਂ ਇਹਦੇ ਚੋਂ ਕਰੰਟ ਪਾਸ ਕਰਦੇ ਆ, ਇਹ ਪੋਜ਼ਿਟਿਵ ਤੇ ਨੈਗੇਟਿਵ ਆਇਨ ਆਪੋਜ਼ਿਟ ਡਾਇਰੈਕਸ਼ਨ ਵੱਲ ਨੂੰ ਮੂਵ ਕਰਦੇ ਆ, ਜਿਹਦੇ ਕਰਕੇ ਇਸ ਸੋਲੂਸ਼ਨ ਦੇ ਵਿੱਚੋਂ ਦੀ ਜਾਂ ਇਸ ਮਿਕਸ ਦੇ ਵਿੱਚੋਂ ਦੀ ਇਲੈਕਟ੍ਰਿਸਿਟੀ ਪਾਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਸਬਸਟੈਂਸ ਨੂੰ ਅਸੀਂ ਕਹਿੰਦੇ ਆ ਇਲੈਕਟ੍ਰੋਲਾਈਟ। ਔਰ ਅਗਲੀ ਟਰਮ ਆਉਂਦੀ ਹੈ ਸਾਡੇ ਕੋਲ ਨੌਨ ਇਲੈਕਟ੍ਰੋਲਾਈਟ। ਨੌਨ ਇਲੈਕਟ੍ਰੋਲਾਈਟ, ਰਾਈਟ, ਵਿਚ ਡੂ ਨੋਟ ਅਲਾਓ, ਵਿਚ ਅਲਾਓ ਲਿਖਿਆ ਹੋਇਆ ਨਾ, ਵਿਚ ਡੂ not allow, ਇਸ ਜਗ੍ਹਾ ਤੇ ਬਸ ਇੰਨੀ ਵਰਡਿੰਗ ਐਡ ਕਰਦੀ ਹਾਂ। ਨੌਨ ਇਲੈਕਟ੍ਰੋਲਾਈਟ ਕੀ ਹੁੰਦੇ ਆ, ਵਿਚ ਡੂ ਨਾਟ ਅਲਾਓ ਦ ਪੈਸੇਜ ਆਫ ਇਲੈਕਟ੍ਰਿਸਿਟੀ ਥਰੂ ਦੇਅਰ ਮੋਲਟਨ ਸਟੇਟ ਔਰ ਥਰੂ ਦੇਅਰ ਸੋਲਿਊਸ਼ਨ ਇਨ ਵਾਟਰ। ਸੋ ਜਿਹੜੀਆਂ ਚੀਜ਼ਾਂ ਆਪਣੀ ਸੋਲਿਊਸ਼ਨ ਫਾਰਮ ਦੇ ਵਿੱਚੋਂ ਦੀ ਜਾਂ ਮੋਲਟਨ ਫਾਰਮ ਦੇ ਵਿੱਚੋਂ ਦੀ ਇਲੈਕਟ੍ਰਿਸਿਟੀ ਨੂੰ ਬਿਲਕੁਲ ਹੀ ਪਾਸ ਹੋਣ ਨਾ ਦੇਣ, ਉਹਨਾਂ ਨੂੰ ਅਸੀਂ ਇਦੋਂ ਉਲਟ ਚੀਜ਼ ਬੋਲਦੇ ਆ, ਦੇ ਆਰ ਨੋਨ ਐਜ਼ ਨੌਨ ਇਲੈਕਟ੍ਰੋਲਾਈਟਸ। ਕੀ ਕਹਿੰਦੇ ਅਸੀਂ ਇਹਨਾਂ ਨੂੰ? ਨੌਨ ਇਲੈਕਟ੍ਰੋਲਾਈਟਸ ਵਿਚ ਡੂ ਨਾਟ ਅਲਾਉ ਦ ਇਲੈਕਟ੍ਰਿਕ ਕਰੰਟ ਟੂ ਪਾਸ through their molten state or through their solution in water. So those solutions are known as the non-electrolyte. Non-electrolyte ਦੇ ਵਿੱਚ example ਤੁਸੀਂ ਲੈ ਸਕਦੇ ਹੋ, ਜਿਸ ਤਰ੍ਹਾਂ alcohol C2H5OH alcohol। ਇਸੇ ਤਰ੍ਹਾਂ ਸ਼ੂਗਰ ਦਾ ਸੋਲੂਸ਼ਨ ਲੈ ਲਓ, ਸ਼ੂਗਰ ਚਾਹੇ ਮੋਲਟਨ ਫਾਰਮ ਦੇ ਵਿੱਚ ਹੋਏ ਜਾਂ ਸੋਲੂਸ਼ਨ ਦੀ ਫਾਰਮ ਦੇ ਵਿੱਚ ਹੋਏ, ਯੂਰੀਆ, ਦੈਨ ਗਲੂਕੋਜ਼, ਜਿੰਨੇ ਵੀ ਮੋਸਟ ਆਫ ਦਾ ਆਰਗੈਨਿਕ ਕੰਪਾਊਂਡ ਜਿਹੜੇ ਆ ਉਹ ਨੌਨ ਇਲੈਕਟ੍ਰੋਲਾਈਟ ਹੁੰਦੇ ਆ, ਆਪਣੇ ਵਿੱਚੋਂ ਦੀ ਇਲੈਕਟ੍ਰਿਸਿਟੀ ਪਾਸ ਹੋਣ ਨਹੀਂ ਦਿੰਦੇ, ਰਾਈਟ। ਸੋ ਮੇਅਰ ਆਫ ਦਿਸ। ਹੁਣ ਰਾਜੇ ਇੱਕ ਹੁੰਦੇ ਆ ਕੰਡਕਟਰ, ਇੱਕ ਹੁੰਦੇ ਆ ਇਲੈਕਟ੍ਰੋਲਾਈਟ। ਅਸੀਂ ਕੀ ਇਲੈਕਟ੍ਰੋਲਾਈਟ ਵੀ ਇਲੈਕਟ੍ਰਿਸਿਟੀ ਦੇ ਗੁੱਡ ਕੰਡਕਟਰ ਹੈ ਤੇ ਆਪਣੇ ਚੋਂ ਇਲੈਕਟ੍ਰਿਸਿਟੀ ਪਾਸ ਹੋਣ ਦਿੰਦੇ ਆ। ਕੰਡਕਟਰ ਕੀ ਹੁੰਦੇ ਆ ਫਿਰ? ਕੰਡਕਟਰ ਹੁੰਦੇ ਜਿਹੜੇ ਸੋਲਿਡ ਫਾਰਮ ਦੇ ਵਿੱਚੋਂ ਦੀ ਆਪਣੇ ਵਿੱਚੋਂ ਦੀ ਇਲੈਕਟ੍ਰਿਸਿਟੀ ਨੂੰ ਪਾਸ ਹੋਣ ਦਿੰਦੇ ਆ, ਰਾਈਟ। ਲੇਕਿਨ ਇਲੈਕਟ੍ਰੋਲਾਈਟ ਜਿਹੜੇ ਆ ਉਹ ਸਿਰਫ ਲਿਕੁਇਡ ਫਾਰਮ ਦੇ ਵਿੱਚੋਂ ਦੀ ਆਪਣੇ ਵਿੱਚੋਂ ਦੀ ਇਲੈਕਟ੍ਰਿਸਿਟੀ ਨੂੰ ਪਾਸ ਹੋਣ ਦਿੰਦੇ ਆ। ਇਹੋ ਬੇਸਿਕ ਡਿਫਰੈਂਸ ਹੈ ਕੰਡਕਟਰ ਤੇ ਇਲੈਕਟ੍ਰੋਲਾਈਟ ਦੇ ਵਿੱਚ। ਕੰਡਕਟਰ ਜਿਸ ਤਰ੍ਹਾਂ ਅਸੀਂ ਮੈਟਲਸ ਲੈਂਦੇ ਆ, ਸੋਲਿਡ ਫਾਰਮ ਦੇ ਵਿੱਚੋਂ ਹੈ ਤਾਂ ਇਲੈਕਟ੍ਰਿਸਿਟੀ ਪਾਸ ਹੁੰਦੀ ਹੈ, ਪਰ ਇਲੈਕਟ੍ਰੋਲਾਈਟ ਦੇ ਵਿੱਚੋਂ ਦੀ ਸੋਲਿਡ ਫਾਰਮ ਦੇ ਵਿੱਚੋਂ ਦੀ ਕਦੀ ਵੀ ਇਲੈਕਟ੍ਰਿਸਿਟੀ ਜਿਹੜੀ ਉਹ ਪਾਸ ਨਹੀਂ ਹੋਊਗੀ। ਇਹ ਗੱਲ ਦਾ ਖਿਆਲ ਰੱਖਣਾ। ਦਿਸ ਇਜ਼ ਦ ਬੇਸਿਕ ਡਿਫਰੈਂਸ ਬਿਟਵੀਨ ਦਾ ਕੰਡਕਟਰਸ ਐਂਡ ਇਲੈਕਟ੍ਰੋਲਾਈਟਸ। ਇਸ ਤੋਂ ਬਾਅਦ ਸਾਡੇ ਕੋਲ ਆਉਂਦੇ ਆ ਸਟਰੋਂਗ ਇਲੈਕਟ੍ਰੋਲਾਈਟ ਐਂਡ ਵੀਕ ਇਲੈਕਟ੍ਰੋਲਾਈਟ। ਸਟਰੋਂਗ electrolyte and second one is weak electrolyte. Weak electrolyte. ਸਟਰੋਂਗ ਇਲੈਕਟ੍ਰੋਲਾਈਟ ਰਾਜੇ ਉਹ ਹੁੰਦੇ ਆ ਜਿਨ੍ਹਾਂ ਦੀ ਪਾਣੀ ਦੇ ਵਿੱਚ ਪਾਉਂਦੇ ਸਾਰ ਕੰਪਲੀਟ ਆਇਓਨਾਈਜੇਸ਼ਨ ਹੋ ਜਾਵੇ। ਜਿਸ ਤਰ੍ਹਾਂ ਮੇਰੇ ਕੋਲ ਕੋਈ ਐਸਿਡ ਹੈ, HCl ਹੈ, ਹਾਈਡਰੋਕਲੋਰਿਕ ਐਸਿਡ ਹੈ, ਜਿਵੇਂ ਹੀ ਮੈਂ ਇਹਨੂੰ ਐਕੁਆ ਸੋਲਿਊਸ਼ਨ ਮਤਲਬ ਪਾਣੀ ਦੇ ਵਿੱਚ ਪਾਇਆ, ਇਹਦੇ ਵਿੱਚੋਂ ਦੀ ਹਾਈਡਰੋਜਨ ਆਇਨ ਨਿਕਲੇ ਐਕੁਆ ਸੋਲਿਊਸ਼ਨ ਦੇ ਵਿੱਚੋਂ ਦੀ, ਇਹਦੇ 'ਚ ਕਲੋਰਾਈਡ ਆਇਨ ਨਿਕਲੇ ਐਕੁਆ ਸੋਲਿਊਸ਼ਨ ਦੀ, ਤਾਂ ਪਾਣੀ 'ਚ ਪਾਉਂਦੇ ਸਾਰੇ ਦੀ ਕੰਪਲੀਟ ਆਇਓਨਾਈਜੇਸ਼ਨ ਹੋ ਗਈ। ਇਸੇ ਕਰਕੇ ਅਸੀਂ ਇਹਦੇ ਰਿਐਕਸ਼ਨ ਨੂੰ ਇੱਕ ਐਰੋ ਦੇ ਨਾਲ ਦਿਖਾਇਆ ਹੈ, ਰਾਈਟ। ਤਾਂ ਇੱਦਾਂ ਦੇ ਇਲੈਕਟ੍ਰੋਲਾਈਟ ਨੂੰ ਅਸੀਂ ਕਹਿੰਦੇ ਹਾਂ ਸਟਰੋਂਗ ਇਲੈਕਟ੍ਰੋਲਾਈਟ। ਇਹ ਸਟਰੋਂਗ ਇਲੈਕਟ੍ਰੋਲਾਈਟ ਸਟਰੋਂਗ ਐਸਿਡ ਵੀ ਹੋ ਸਕਦੇ ਆ ਜਾਂ ਸਟਰੋਂਗ ਬੇਸ ਵੀ ਹੋ ਸਕਦੇ, ਜਿਸ ਤਰ੍ਹਾਂ ਸੋਡੀਅਮ ਹਾਈਡਰੋਕਸਾਈਡ ਪਾਣੀ ਦੇ ਵਿੱਚ ਜੇ ਅਸੀਂ ਘੋਲਿਆ ਜਾਂ ਮੈਲਟ ਕੀਤਾ ਦੀ ਕੰਪਲੀਟ ਆਇਓਨਾਈਜੇਸ਼ਨ ਹੋ ਜਾਣੀ, ਇਹਨੇ ਸੋਡੀਅਮ ਆਇਨ ਦੇ ਵਿੱਚ ਟੁੱਟ ਜਾਣਾ ਐਂਡ ਸੈਕਿੰਡ ਇਹਨੇ OH ਆਇਨ ਦੇ ਵਿੱਚ ਟੁੱਟ ਜਾਣਾ ਐਕੁਆ ਸੋਲਿਊਸ਼ਨ ਦੇ ਵਿੱਚ। ਸੋ ਇਹ ਵੀ ਕਿਹੜੀ ਕੈਟਾਗਰੀ ਦੇ ਵਿੱਚ ਆ ਗਏ? ਸਟਰੋਂਗ ਇਲੈਕਟ੍ਰੋਲਾਈਟ ਦੀ। ਵੀਕ ਇਲੈਕਟ੍ਰੋਲਾਈਟ ਜਿਨ੍ਹਾਂ ਦੀ ਐਕੁਆ ਸੋਲਿਊਸ਼ਨ ਦੇ ਵਿੱਚ ਜਾਂ ਮੋਲਟਨ ਫਾਰਮ ਦੇ ਵਿੱਚ ਕੰਪਲੀਟ ਆਇਓਨਾਈਜੇਸ਼ਨ ਨਾ ਹੋਵੇ, ਜਿਸ ਤਰ੍ਹਾਂ ਐਸਿਟਿਕ ਐਸਿਡ ਹੈ CH3COOH, ਦਿਸ ਇਜ਼ ਐਸਿਟਿਕ ਐਸਿਡ, ਸਿਰਕਾ ਜਿਹਨੂੰ ਆਪਾਂ ਕਹਿ ਦਿੰਦੇ ਆ, ਰਾਈਟ। ਜਿਵੇਂ ਹੀ ਅਸੀਂ ਇਹਨੂੰ ਪਾਣੀ ਦੇ ਵਿੱਚ ਪਾਇਆ, ਇਹਦੀ ਆਇਓਨਾਈਜੇਸ਼ਨ ਹੋ ਗਈ ਐਸੀਟੇਟ ਆਇਨ ਦੇ ਵਿੱਚ, ਦਿਸ ਇਜ਼ ਐਸੀਟੇਟ ਆਇਨ, ਔਰ ਦੂਸਰੇ ਇਹਦੇ ਚੋਂ ਕਿਹੜੇ ਆਇਨ ਨਿਕਲੇ ਆ? ਦੀਜ਼ ਆਰ ਹਾਈਡਰੋਜਨ ਆਇਨ, these are so hydrogen ion
ਰਾਈਟ। ਸੋ ਐਸੀਟੇਟ ਆਇਨ ਹਾਈਡਰੋਜਨ ਆਇਨ ਦੇ ਵਿੱਚ ਟੁੱਟੇ, ਪਰ ਇਹਨਾਂ ਦੀ ਕੰਪਲੀਟ ਆਇਓਨਾਈਜੇਸ਼ਨ ਨਹੀਂ ਹੁੰਦੀ। ਥੋੜੀ ਦੇਰ ਬਾਅਦ ਐਸੀਟੇਟ ਆਇਨ ਤੇ ਹਾਈਡਰੋਜਨ ਆਇਨ ਆਪਸ 'ਚ ਜੁੜ ਕੇ ਅਗੇਨ ਐਸਟਿਕ ਐਸਿਡ ਦੇਣਾ ਸ਼ੁਰੂ ਕਰ ਦਿੰਦੇ ਆ। ਸੋ ਉੱਦਾਂ ਦੇ ਮਟੀਰੀਅਲ ਜਿਨ੍ਹਾਂ ਦੀ